Hello guys, today is our topic fourth property of laser. Now fourth property ਆਪਾਂ ਨੂੰ ਕੀ ਦੱਸਦੀ ਹੈ ਕਿ ਕੋਹਰੈਂਸ ਕੀ ਹੈ। ਕੋਹਰੈਂਸ ਤੋਂ ਆਪਾਂ ਨੂੰ ਪਹਿਲਾਂ ਪਤਾ ਲੱਗਦਾ ਹੈ ਕੋਹਰੈਂਸ ਦਾ ਮਤਲਬ ਹੈ ਅਗਰ ਕੋਈ ਲਾਈਟ ਸੇਮ ਫੇਜ਼ ਨਾਲ ਟਰੈਵਲ ਕਰੇ ਮੀਨਸ ਕੋਈ ਵੀ ਆਪਣੇ ਕੋਲੇ ਵੇਵ ਹੈ ਕੁਝ ਇਸ ਤਰ੍ਹਾਂ ਜਾ ਰਹੀ ਹੈ ਤਾਂ ਸੇਮ ਜਿਹੜੀ ਸੈਕਿੰਡ ਵੇਵ ਉਹ ਇਸ ਤਰ੍ਹਾਂ ਹੀ ਜਾਏਗੀ। ਮਤਲਬ ਕਿ ਇਹਨਾਂ 'ਚ ਜਿਹੜਾ ਫੇਸ ਡਿਫਰੈਂਸ ਹੈ ਹਰੇਕ ਪੋਜੀਸ਼ਨ 'ਤੇ ਉਹ ਸੇਮ ਹੋਵੇ। ਜਿਹੜੇ ਆਪਾਂ ਸਾਈਨੋਸੋਡਲੀ ਮਤਲਬ ਕਿ ਰੀਅਲ ਵੇਵ ਦੇਖਦੇ ਹਾਂ ਜਿਹੜੀ ਆਪਣੇ ਕੋਲੇ ਰੀਅਲ ਲਾਈਫ 'ਚ ਹੁੰਦੀਆਂ ਉਹਨਾਂ 'ਚ ਬਹੁਤ ਜਸਟ ਅ ਸੈਕਿੰਡ ਲਈ ਜਾਂ ਜਸਟ ਅ ਸੈਕਿੰਡ ਲਈ ਵੀ ਨਹੀਂ ਹੁੰਦਾ, ਬਹੁਤ ਸਮੋਲ ਟਾਈਮ ਲਈ ਕੋਹਰੈਂਸ ਦੇਖਣ ਨੂੰ ਮਿਲਦਾ। ਬਟ ਜਿਹੜੀ ਆਪਣੇ ਕੋਲੇ ਲੇਜ਼ਰ ਬੀਮ ਹੈ, ਲੇਜ਼ਰ ਬੀਮ 'ਚ ਕੀ ਹੁੰਦਾ ਹੈ ਉਹ ਬਹੁਤ ਜ਼ਿਆਦਾ ਟਾਈਮ ਤੱਕ ਆਪਾਂ ਨੂੰ ਇਸ 'ਚ ਕੋਹਰੈਂਸ ਪ੍ਰੋਪਰਟੀ ਦੇਖਣ ਨੂੰ ਮਿਲਦੀ ਹੈ। The main aspects which distinguish laser from the other sources is coherence. Coherence is the measure for the degree of phase correlation that exists in the radiation field. Light. Laser radiation is characterized by the high degree of coherence. The other characteristics of the laser light: directionality, intensity, monochromaticity are one of the and other are related to the coherence. और ਕੀ ਕਹਿੰਦੇ ਆਪਾਂ ਨੂੰ ਜਿਹੜੀਆਂ ਵੀ ਇਹਦੀ ਹੋਰ ਪ੍ਰੋਪਰਟੀਜ਼ ਹੋ ਗਈਆਂ ਜਿਵੇਂ ਡਾਇਰੈਕਸ਼ਨੈਲਿਟੀ ਹੈ, ਇੰਟੈਂਸਿਟੀ ਹੈ, ਮੋਨੋਕ੍ਰੋਮੈਟਿਸਿਟੀ ਹੈ, ਸਾਰੀ ਜਿਹੜੀ ਇਹਦੀ ਪ੍ਰੋਪਰਟੀ ਹੈ ਉਹ ਕਿਉਂ ਹੁੰਦੀ ਹੈ ਇਹਦੀ ਕੋਹਰੈਂਸ ਪ੍ਰੋਪਰਟੀ ਦੇ ਕਾਰਨ। ਮੀਨਸ ਕਿ ਇਹ ਸਾਰੀਆਂ ਹੀ ਇਹਦੇ ਅੰਦਰ ਆਉਂਦੀਆਂ are one way and the other are related to coherence. The coherence are two types. ਹੁਣ ਆਪਣੇ ਕੋਲੇ coherence ਵੀ two types ਦਾ ਹੁੰਦਾ। ਕਿਹੜਾ ਹੁੰਦਾ? ਸਪੈਸ਼ਲ ਕੋਹਰੈਂਸ ਐਂਡ ਟੈਂਪੋਰਲ ਕੋਹਰੈਂਸ। ਅਗਰ ਆਪਾਂ ਸਪੈਸ਼ਲ ਕੋਹਰੈਂਸ ਦੀ ਗੱਲ ਕਰੀਏ ਤਾਂ ਆਸਾਨ ਸ਼ਬਦਾਂ 'ਚ ਕੀ ਹੁੰਦਾ, ਇਹਨੂੰ ਟਰਾਂਸਵਰਸ ਕੋਹਰੈਂਸ ਵੀ ਕਹਿ ਦਿੰਦੀ ਹੈ। ਟਰਾਂਸਵਰਸ ਕੋਹਰੈਂਸ ਕਹਿੰਦੇ ਕਿਉਂ ਕਹਿੰਦੇ ਆ ਕਿਉਂਕਿ ਆ ਮੰਨ ਲਓ ਆਪਣੀ ਵੇਵ ਟਰੈਵਲ ਕਰ ਰਹੀ ਹੈ ਤਾਂ ਜਿਸ ਪਲੇਨ ਦੇ ਥਰੂ ਆਪਾਂ ਇਹਨੂੰ ਓਬਜ਼ਰਵ ਕਰਨਾ ਦੇਖਣਾ ਉਹ ਆਪਾਂ ਇਹਦੇ ਪਰਪੈਂਡੀਕੂਲਰ ਲੈਂਦੇ ਹਾਂ। ਪਰਪੈਂਡੀਕੂਲਰ ਮੀਨਸ ਕਿ ਪਰਪੈਂਡੀਕੂਲਰ ਡਾਇਰੈਕਸ਼ਨ ਫॉर द ਪ੍ਰੋਪਾਗੇਸ਼ਨ ਆਫ ਲੇਜ਼ਰ ਬੀਮ। ਜਿਵੇਂ ਲਾਈਟ ਆਪਣੇ ਕੋਲ ਇਸ ਤਰ੍ਹਾਂ ਟਰੈਵਲ ਕਰ ਰਹੀ ਹੈ ਵੇਵ ਆਪਣੇ ਕੋਲੇ ਤਾਂ ਆਪਾਂ ਵੇਵ ਦੇ ਬਿਲਕੁਲ ਇੱਥੇ ਟਰਾਂਸਵਰਸ ਸਾਈਡ 'ਤੇ ਆਪਾਂ ਪਲੇਨ ਆਫ ਓਬਜ਼ਰਵੇਸ਼ਨ ਨੂੰ ਲਾਵਾਂਗੇ। ਇਸ ਕਰਕੇ ਇਹਨੂੰ ਟਰਾਂਸਵਰਸ ਕੋਹਰੈਂਸ ਲੈਂਥ ਵੀ ਕਹਿ ਦਿੰਦੇ। Let E1 and E2 are the electrical fields for points P1 and P2 are wavefront. These electrical fields are 2 points of the wavefront have a constant phase difference over any time t. Then there will be a special coherence between their 2 points. In actual practice, for any point P1 and any point P2 they must lie in the same finite area called coherence area. ਜਿਹੜੇ ਏਰੀਆ ਦੇ ਥਰੂ ਆਪਾਂ ਇਹ ਪਲੇਨ ਲਾਇਆ ਹੋਇਆ ਹੈ ਉਸ ਏਰੀਏ ਨੂੰ ਕੀ ਕਹਿੰਦੇ ਆ? ਕੋਹਰੈਂਸ ਏਰੀਆ। ਸਰਾਊਂਡਿੰਗ ਦਾ ਪੁਆਇੰਟ P1 ਐਂਡ ਆਰਡਰ ਹੈਵ ਏ ਗੁੱਡ ਫੇਸ ਕੋਰਿਲੇਸ਼ਨ ਦੈਨ ਡਿਸਟੈਂਸ P1 ਐਂਡ P2। ਆਹ ਵਾਲਾ ਡਿਸਟੈਂਸ ਜਿਹੜਾ ਆਪਣੇ ਕੋਲੇ ਹੈਗਾ ਉਹਨੂੰ ਕੀ ਕਹਿੰਦੇ ਆ? ਟਰਾਂਸਵਰਸ ਕੋਹਰੈਂਸ ਲੈਂਥ। The concept of special coherence can be or double hole experiment as shown in figure ਆਪਾਂ ਨੂੰ ਇਸ ਫਿਗਰ 'ਚ ਦੇਖਣ ਨੂੰ ਮਿਲਦਾ। For point O on the screen optical paths as S1O, as S1O and as S2O, as S2O means ਕਿ ਆਹ ਵਾਲੀ ਲੈਂਥ ਐਂਡ ਆਹ ਵਾਲੀ ਲੈਂਥ ਉਹਨਾਂ ਨੇ ਕੀ ਕਿਹਾ? ਇਕੁਅਲ ਹੈਗੀਆਂ। ਸਿੰਸ S is assumed to be a point source, if ਜਿਹੜਾ ਆਪਣੇ ਕੋਲੇ S ਹੈ ਉਹ ਕੀ ਆਪਣੇ ਕੋਲੇ point source ਹੈ। And the fringes are screen will be good contrast. If another point source S dash is placed near S, then interference pattern will be superimposed the previous pattern due to a source S. Source S dash is moved slowly away from the source S. The contrast between the fringes and screen will become poorer due to the effect that fringes and to S dash will be the slightly displaced with respect to produced by S for a particular separation S1 SS dash. The maxima due to source S and minima due to source S dash fall on each other and interference pattern is post way.
ਦਿਸ ਵਿਲ ਹੈਪਨ ਵੈਨ। ਉਹ ਆਪਾਂ ਨੂੰ ਸਿੰਪਲ ਅਗਰ ਆਪਾਂ ਲੈਂਗੁਏਜ ਗੱਲ ਕਰੀਏ ਉਹ ਆਪਾਂ ਨੂੰ ਕੀ ਦੱਸ ਰਹੇ ਆ, ਉਹ ਕਹਿ ਰਹੇ ਆ ਆਪਾਂ ਨੂੰ ਅਗਰ ਆਪਣੇ ਕੋਲ ਸੋਰਸ S1 ਦੇ ਥਰੂ ਆਪਾਂ ਨੂੰ ਜਿਹੜੀ ਵੇਵ ਮਿਲਦੀ ਪਈ ਹੈ ਅਤੇ ਜਿਹੜੀ S' ਦੇ ਥਰੂ ਮਿਲ ਰਹੀ ਹੈ ਉਹ ਕਦੇ ਨਾ ਕਦੇ ਇੰਟਰਫਰੈਂਸ ਪੈਟਰਨ ਦੇਣਗੀਆਂ, ਉਹ ਉਹਨਾਂ ਦਾ ਕੋਲੀਜਨ ਹੋਏਗਾ। ਜਦੋਂ ਕੋਲੀਜਨ ਜ਼ਿਆਦਾ ਆਪਣੇ ਕੋਲ ਡਿਸਟਰਕਟਿਵ ਇੰਟਰਫਰੈਂਸ ਹੋਏਗਾ ਜੋ ਕਿ ਐਵੇਂ ਦਾ ਹੁੰਦਾ, ਜਾਂ ਫਿਰ ਆਪਣੇ ਕੋਲ ਕੰਸਟਰਕਟਿਵ ਇੰਟਰਫਰੈਂਸ ਹੋਏਗਾ। ਇਸ ਤਰ੍ਹਾਂ ਦਾ ਆਪਣੇ ਕੋਲ ਦੋ ਪੋਸੀਬਿਲਿਟੀਜ਼ ਹੀ ਹੈ। ਅਗਰ ਆਪਣੇ ਕੋਲ ਕੰਸਟਰਕਟਿਵ ਇੰਟਰਫਰੈਂਸ ਮਿਲੇ ਤਾਂ ਆਪਣੇ ਕੋਲ ਮੈਕਸਿਮਾ ਆਏਗਾ, ਅਗਰ ਡਿਸਟਰਕਟਿਵ ਮਿਲੇ ਤਾਂ ਆਪਣੇ ਕੋਲ ਮਿਨੀਮਾ ਆਏਗਾ। ਉਹ ਆਪਾਂ ਹੁਣ ਅੱਗੇ ਐਕਸਪ੍ਰੈਸ਼ਨ ਦੇਖਾਂਗੇ, ਮੈਥਾਮੈਟੀਕਲ ਐਕਸਪ੍ਰੈਸ਼ਨ ਕਿਵੇਂ ਦਾ ਆ ਦੇਖੋ। ਆਪਾਂ ਇਹਨੂੰ ਯੰਗਸ ਡਬਲ ਸਲਿਟ ਐਕਸਪੈਰੀਮੈਂਟ ਦੇ ਥਰੂ ਪ੍ਰੂਵ ਕਰਾਂਗੇ। ਉਹਨਾਂ ਨੇ ਕੀ ਕੀਤਾ, S'(S2) ਮਾਈਨਸ S' ਇਕੁਅਲ ਟੂ π/2, ਇਹ ਇਹਨਾਂ ਦਾ ਫੇਜ਼ ਡਿਫਰੈਂਸ ਹੈ। ਨਾਓ ਅਗਰ ਆਪਾਂ S' ਅਨਦਰ ਸੋਰਸ ਲਿੱਤਾ ਦੈਨ S'(S1) ਐਂਡ S'(S2) ਇਹਨਾਂ ਦਾ ਜਿਹੜਾ ਡਿਫਰੈਂਸ ਆ ਉਹ ਆਪਾਂ ਫੇਜ਼ ਡਿਫਰੈਂਸ ਲਵਾਂਗੇ π/2। ਹੁਣ ਆ ਜਿਹੜਾ ਅੱਗੇ ਐਕਸਪ੍ਰੈਸ਼ਨ ਹੈ ਇਹ ਸਾਰਾ ਯੰਗਸ ਡਬਲ ਸਲਿਟ ਦਾ ਐਕਸਪੈਰੀਮੈਂਟ ਹੈ, ਇਹਨੂੰ ਆਪਾਂ ਅੱਗੇ ਪ੍ਰੂਵ ਕਰਾਂਗੇ। ਦੇਖੋ ਜਿਵੇਂ ਆਪਾਂ ਇਹ ਲੈ ਲਿਆ, ਇਹ ਆਪਣੇ ਕੋਲ ਕੋਈ S2 ਸੋਰਸ ਹੈ, ਇਹ S1 ਸੋਰਸ ਹੈ, ਇਹ ਆਪਣੇ ਕੋਲ ਪੁਆਇੰਟ ਹੈ P ਐਂਡ ਇਹਨੂੰ ਆਪਾਂ ਮੰਨ ਲੈਂਦੇ ਹਾਂ O, ਇਹ NQ ਹੈ, ਇਹ R ਹੈ। ਆਪਾਂ ਯੰਗਸ ਡਬਲ ਸਲਿਟ ਐਕਸਪੈਰੀਮੈਂਟ 'ਚ ਕੀ ਕਰਦੇ ਸੀਗੇ, ਆਪਾਂ ਕੀ ਲੈਣਾ ਪਹਿਲਾਂ ਆਹ ਵਾਲੀ ਲੈਣੀ ਆਪਾਂ, ਇਹ ਆਪਣੇ ਕੋਲ ਪੂਰੀ L ਲੈਂਥ ਹੈ, L ਹੈ। ਅਗਰ ਆਪਾਂ O ਐਂਡ P ਦੀ ਮੈਜ਼ਰ ਕਰਨੀ ਹੋਵੇ ਤਾਂ ਆਪਾਂ ਕੀ ਕਰਾਂਗੇ, L ਮਾਈਨਸ D/2 OP ਐਂਡ ਅਗਰ ਆਪਾਂ P ਐਂਡ R ਮੈਜ਼ਰ ਕਰਨੀ ਹੋਵੇ ਤਾਂ ਆਪਾਂ ਕੀ ਕਰਾਂਗੇ, L ਪਲਸ D/2। ਠੀਕ ਹੈ, ਆਪਾਂ ਐਵੇਂ ਲੈ ਲੈਣੀ ਹੈ। ਹੁਣ ਅਗਰ ਆਪਾਂ ਕੱਢਣੀ ਹੋਵੇ S2P ਮਾਈਨਸ S'(S2) ਮਾਈਨਸ S'(S1) ਇਕੁਅਲ ਟੂ λ/2 ਲਿੱਤਾ ਆਪਾਂ ਆ ਜਿਹੜੇ ਆਪਣੇ ਕੋਲ ਡਿਸਟੈਂਸ ਆ ਉਹਨੂੰ ਆਪਾਂ D ਲਿੱਤਾ। ਆ ਕੀ ਹੈ, ਸੋਰਸ ਤੋਂ ਲੈ ਕੇ ਸਕਰੀਨ ਤੱਕ ਦਾ ਡਿਸਟੈਂਸ, ਤਾਂ ਆਪਾਂ ਇਹਨੂੰ D ਲਿੱਤਾ ਹੋਇਆ D²। ਹੁਣ ਅਗਰ ਆਪਾਂ S2P ਮੈਜ਼ਰ ਕਰਨਾ ਹੋਵੇ ਤਾਂ ਆਪਾਂ ਕੀ ਲਵਾਂਗੇ, D/' ਪਲਸ L ਦੀ ਹੋਲ ਸਕੁਅਰ ਐਂਡ ਹੋਲ ਸਕੁਅਰ π/2। ਇੱਥੇ ਆਪਾਂ ਕਿਹੜਾ ਫੋਰਮੂਲਾ ਲਾਇਆ, ਆਪਾਂ ਲਾਇਆ ਹਾਈਪੋਟੈਨਿਊਸ ਦਾ, ਹਾਈਪੋਟੈਨਿਊਸ ਇਕੁਅਲ ਟੂ L²। ਮੀਨਸ ਕਿ ਆ ਜਿਹੜੀ ਆਪਣੇ ਕੋਲ ਪਰਪੈਂਡੀਕੂਲਰ ਹੈ ਇੱਥੇ P ਲੈ ਲੈਂਦੇ ਹਾਂ, ਪਲਸ ਜਿਹੜਾ ਆਪਣੇ ਕੋਲ ਬੇਸ ਹੈ H ਇਕੁਅਲ ਟੂ P² ਪਲਸ P² ਅੰਡਰ ਰੂਟ। ਆਪਣੇ ਕੋਲ ਇਸ ਫੇਜ਼ ਡਿਫਰੈਂਸ ਨਿਕਾਲਣ ਲਈ ਆਪਾਂ ਕੀ ਕਰਾਂਗੇ, S1P ਮਾਈਨਸ S2P ਕਰਾਂਗੇ। ਜਦੋਂ ਆਪਾਂ S1P ਨਿਕਾਲਿਆ ਤਾਂ ਆਪਣੇ ਕੋਲ D² ਪਲਸ D/2 ਪਲਸ L² ਐਂਡ ਹੋਲ ਦੀ 1/2 ਪਾਵਰ ਆ ਗਈ, ਪਲਸ ਇੱਥੇ ਸੋਰੀ ਪਲਸ ਨਹੀਂ ਹੈ, ਆਪਾਂ ਇੱਥੇ ਮਾਈਨਸ ਕਰਨਾ ਕਿਉਂਕਿ ਆਪਾਂ ਇੱਥੇ ਫੇਜ਼ ਡਿਫਰੈਂਸ ਨਿਕਾਲਣਾ। ਤਾਂ ਆਪਾਂ ਇੱਥੇ ਕੀ ਕਰਾਂਗੇ, D² ਜਿਹੜੀ ਆਪਣੇ ਕੋਲ ਆਹ ਵਾਲੀ ਲੈਂਥ ਹੈਗੀ ਹੈ, ਪਲਸ ਆਪਣੇ ਕੋਲ ਹੁਣ ਆਪਾਂ P ਐਂਡ O ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਕੀ ਨਿਕਾਲਣਾ, PQ ਪਲਸ D/2 ਮਾਈਨਸ L ਦੀ ਹੋਲ ਪਾਵਰ ਸਕੁਆਇਰ ਐਂਡ ਪੂਰੀ ਹੋਲ ਪਾਵਰ ਆਪਣੇ ਕੋਲ 1/2। ਹੁਣ ਆਪਾਂ ਅੱਗੇ ਐਕਸਪ੍ਰੈਸ਼ਨ ਨੂੰ ਪ੍ਰੂਵ ਕਰਨ ਲਈ ਇੱਥੇ ਬਾਇਨੋਮੀਅਲ ਥਿਊਰਮ ਦਾ ਪ੍ਰੂਵ ਲਵਾਂਗੇ ਯੂਜ਼। ਬਾਇਨੋਮੀਅਲ ਥਿਊਰਮ, ਆਪਾਂ ਬਾਇਨੋਮੀਅਲ ਥਿਊਰਮ ਯੂਜ਼ ਕਰਦੇ ਹੋਏ ਕੀ ਕਰਾਂਗੇ, D² ਪਲਸ ਆ ਜਿਹੜਾ 1/2 ਹੈ ਆਪਣੇ ਕੋਲ ਅੱਗੇ ਆ ਗਿਆ, ਆ D/L ਪਲਸ L ਸਕੁਆਇਰ 1/2 ਮਾਈਨਸ D² ਪਲਸ 1/D ਮਾਈਨਸ L ਸਕੁਆਇਰ ਦੀ ਹੋਲ ਪਾਵਰ 1/2। ਹੁਣ ਆਪਾਂ ਕੀ ਕਰਨਾ, ਜਿਹੜਾ D² ਹੈ ਦੋਵਾਂ ਸਾਈਡ 'ਤੇ ਆਪਾਂ ਕੋਮਨ ਨਿਕਾਲ ਲੈਣਾ। D² ਕੋਮਨ ਨਿਕਾਲਿਆ 1 ਪਲਸ 1/2 D/L ਇੱਥੇ D² ਲੱਗੇਗਾ ਪਲਸ L ਐਂਡ ਹੋਲ ਪਾਵਰ 1/2। ਆ ਤਾਂ ਸੱਚ ਕੈਂਸਲ ਹੋ ਜਾਏਗੀ ਆਪਣੇ ਕੋਲ ਕਿਉਂਕਿ ਇੱਥੇ ਆਪਾਂ
ਬਾਈਨੋਮੀਅਲ ਥਿਊਰਮ ਅਪਲਾਈ ਕੀਤੀ ਹੈ। ਮਾਈਨਸ ਆਪਾਂ d² ਕੋਮਨ ਕੱਢ ਲਿਆ 1 ਪਲੱਸ d/2 ਬਾਹਰ ਆਪਣੇ ਕੋਲ 1/2 d² ਮਾਈਨਸ l² 1/2। ਇੱਥੋਂ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਪ੍ਰੂਵ ਫਰਦਰ ਕੈਲਕੂਲੇਸ਼ਨ ਕਰਨ ਦੇ ਆਪਣੇ ਕੋਲ ਜਦੋਂ ਆਪਾਂ ਇਸ ਪੂਰੇ ਐਕਸਪ੍ਰੈਸ਼ਨ ਨੂੰ ਸੋਲਵ ਕਰ ਲਾਂਗੇ, ਜਿਵੇਂ ਇੱਥੇ ਆਪਾਂ d ਨੂੰ ਅੰਦਰ ਲੈ ਗਏ, ਜਦੋਂ d ਨੂੰ ਅੰਦਰ ਲੈ ਗਏ ਇੱਕ d ਨਾਲ ਆਵਲੀ d ਕੈਂਸਲ ਹੋ ਜਾਏਗੀ, ਦੈਨ ਸਿੰਗਲ d ਆ ਜਾਏਗੀ ਆਪਣੇ ਕੋਲ। ਇੱਕ ਹੋਰ ਇੱਥੇ ਪਲੱਸ ਹੈ, ਇੱਥੇ ਮਾਈਨਸ ਹੈ, ਇਹ ਦੋਵੇਂ ਆਪਸ 'ਚ ਕੈਂਸਲ ਆਊਟ ਹੋ ਜਾਣਗੇ ਅਤੇ ਆਪਾਂ 1/2 d ਨੂੰ ਕੋਮਨ ਕੱਢ ਲੈਣਾ, ਦੈਨ d/2 ਪਲੱਸ l ਦੀ ਹੋਲ ਸਕੁਆਇਰ ਮਾਈਨਸ d/2 ਮਾਈਨਸ l ਦੀ ਹੋਲ ਸਕੁਆਇਰ ਬ੍ਰੈਕਟ ਬੰਦ ਇਕੁਅਲ ਟੂ λ/2। ਆਪਣੇ ਕੋਲ ਇੱਥੋਂ ਤੱਕ ਐਕਸਪ੍ਰੈਸ਼ਨ ਆ ਗਿਆ। ਹੁਣ ਆਪਾਂ ਕੀ ਕਰਨਾ, ਇਹਦਾ ਫੋਰਮੂਲਾ ਖੋਲ੍ਹ ਦੇਣਾ। ਆਪਣੇ ਕੋਲ ਕੀ ਹੈ, a + b ਦੀ ਹੋਲ ਸਕੁਆਇਰ ਹੈ ਐਂਡ ਇੱਥੇ ਕੀ ਹੈ a - b ਦੀ ਹੋਲ ਸਕੁਆਇਰ ਹੈ। ਆਪਾਂ a + b ਦੀ ਹੋਲ ਸਕੁਆਇਰ ਦਾ ਫੋਰਮੂਲਾ ਕੀ ਹੁੰਦਾ ਹੈ, a² + b² + 2ab। a - b ਦੀ ਹੋਲ ਸਕੁਆਇਰ ਦਾ ਫੋਰਮੂਲਾ ਕੀ ਹੁੰਦਾ, a² + b² - 2ab। ਇੱਥੇ ਆਪਾਂ ਦੋਵੇਂ ਫੋਰਮੂਲੇ ਖੋਲ੍ਹ ਲਏ। ਇੱਥੇ ਅਗਰ ਆਪਾਂ ਇਹਨਾਂ ਦੀ ਮਾਈਨਸ ਕਰਾਂਗੇ ਤਾਂ ਆਹ ਵਾਲੀ ਦੋਵੇਂ ਚੀਜ਼ਾਂ ਕੈਂਸਲ ਆਊਟ ਹੋ ਜਾਣਗੀ, ਦੈਨ 2ab + 2ab ਆਪਣੇ ਕੋਲ 4ab ਹੋ ਜਾਏਗਾ। ਦੈਨ ਇੱਥੇ ਆਪਾਂ ਲਿਖ ਲਿਆ ਇਕੁਅਲ ਟੂ λ/2। ਆਹ ਟਰਮ ਉੱਤੇ ਜਾ ਕੇ ਮਲਟੀਪਲਾਈ ਹੋ ਗਈ, ਦੈਨ ਆਪਣੇ ਕੋਲ l ਇਕੁਅਲ ਟੂ λ/d/2d ਆ ਗਿਆ। ਅਗਰ ਆਪਾਂ ਦੇਖੀਏ ਜਿਹੜੀ ਆਪਣੇ ਕੋਲ l ਲੈਂਥ ਹੈ ਉਹ ਬਹੁਤ ਸਮੋਲ ਹੈ, ਕਿਹਦੇ ਕੰਪੈਰੇਬਲ ਟੂ λ/d/l। Thus, for an extended source made up a independent point source, interference fringes is good contrast will be observed as long as ਤਾਂ ਆਪਾਂ ਕੀ ਦੇਖਾਂਗੇ, l ਬਹੁਤ ਸਮੋਲ ਹੈ λ/d/d ਤੋਂ। ਦੈਨ ਹੁਣ ਆਪਾਂ d ਨੂੰ ਉੱਧਰਲੀ ਸਾਈਡ ਲੈ ਗਏ ਐਂਡ l ਨੂੰ ਥੱਲੇ ਲੈ ਆਏ, ਦੈਨ ਆਪਣੇ ਕੋਲ ਇਸ ਤਰ੍ਹਾਂ ਐਕਸਪ੍ਰੈਸ਼ਨ ਕਰਦੇ। ਹੁਣ ਆਪਾਂ ਕੀ ਕਰਾਂਗੇ, λ/d/l ਹੈ, ਉੱਥੇ ਆਪਾਂ ਕੀ ਕਰਨਾ, ਲੈਮਡਾ ਨੂੰ ਇੱਥੇ ਰੱਖਣਾ, d ਨੂੰ ਥੱਲੇ ਲੈ ਆਉਣਾ, λ/l/d ਹੋ ਜਾਏਗਾ। ਦੈਨ l/d ਆਪਣੇ ਕੋਲ ਕੀ ਹੈ, ਥੀਟਾ ਹੈ, l/d ਆਪਣੇ ਕੋਲ ਥੀਟਾ ਹੈ। ਦੈਨ ਆਪਾਂ ਉਹਦੀ ਵੈਲਿਊ ਪੁੱਟ ਕਰ ਦੇਣੀ ਹੈ, ਵੇਅਰ ਥੀਟਾ ਇਕੁਅਲ ਟੂ l/d ਇਜ਼ a subtended by a source at the slits, then distance d equal to λ/θ is called a transverse coherence length for the sun। अगर आप सन की गल करिए दैन थीटा इक्वल टू 32 रेडियन। ਆਪਾਂ 32 रेडियन ਨੂੰ ਕਿਵੇਂ ਕਨਵਰਟ ਕਰ ਸਕਦੇ ਹਾਂ, 32 × π/180 × 60 रेडियन। ਤਾਂ ਆਪਣੇ ਕੋਲ ਇਹਦੀ ਵੈਲਿਊ ਕਿੰਨੀ ਹੈ, 0.01 रेडियन है। by using a filter which allows a narrow bands around wavelength lambda equal to 5000 angstrom, the transverse coherence length is given by dt equal to λ/θ 5 × 10⁻⁻7 मीटर अपॉन 0.01। ਆਪਣੇ ਕੋਲ ਸਾਰੀ ਸੋਲਵ ਕਰਨ ਤੋਂ ਬਾਅਦ ਵੈਲਿਊ ਆ ਜਾਏਗੀ ਆਪਣੇ ਕੋਲ 5 × 10⁻⁵ मीटर। if we have a pair of pinholes separated by a distance much less than 5 × 10⁻⁵ meter, then illuminated by the sun, interference fringes of good contrast can be obtained on the screen using the ordinary extended light source. Then light must be first passed through a pinhole or slit is order to be obtained good contrast। ਨਾਓ ਆਪਣੇ ਕੋਲ ਨੈਕਸਟ ਕੀ ਹੈ, ਟੈਂਪੋਰਲ ਕੋਹਰੈਂਸ ਟਾਈਪ ਹੈ ਦੀ। ਉਹ ਕੀ ਕਹਿੰਦੇ ਆਪਣੇ ਕੋਲ, ਇਫ ਦੇयर ਇਜ਼ ਅ ਡਿਫਾਈਨਡ ਫੇਸ ਕੋਰਿਲੇਸ਼ਨ ਬਿਟਵੀਨ ਦ ਇਲੈਕਟ੍ਰਿਕ ਫੀਲਡਸ ਆਫ ਲਾਈਟ ਐਟ a particular point for interval tau c, then there is said to be temporal coherence for time tau c। it is the type of coherence in which the field at a point at a particular time and at the same point same later time are related। the figure, ਅਗਰ ਆਪਾਂ ਇਸ ਫਿਗਰ 'ਚ ਦੇਖੀਏ ਉਹਨਾਂ ਨੇ ਸਿੰਪਲ ਕੀ ਕਿਹਾ, ਆਪਣੇ ਕੋਲ ਕੋਈ ਵੇਵ ਆਉਂਦੀ ਪਈ ਹੈ, ਵੇਵ ਅਲੱਗ-ਅਲੱਗ ਆਪਣੇ ਕੋਲ ਕਦੇ ਥੋੜ੍ਹੇ ਟਾਈਮ ਲਈ ਕਦੇ ਜ਼ਿਆਦਾ ਟਾਈਮ ਲਈ ਕੋਹਰੈਂਸ ਸ਼ੋ ਕਰੇਗੀ। ਜਿਸ ਟਾਈਮ 'ਚ ਉਹ ਕੋਹਰੈਂਸ ਸ਼ੋ ਕਰਦੀ ਹੈ ਉਹਨੂੰ ਕੀ ਕਹਿੰਦੇ ਆ ਆਪਾਂ, ਕੋਹਰੈਂਸ ਲੈਂਥ ਕਹਿੰਦੇ ਹਾਂ।
The figure represents the series of wave trains emitted by the actual source. ਹੁਣ ਆਪਣੇ ਕੋਲੇ ਇੱਕ ਹੁੰਦਾ ਐਕਚੁਅਲ ਸੋਰਸ, ਇੱਕ ਹੁੰਦਾ ਆਪਣੇ ਕੋਲੇ ਲੇਜ਼ਰ ਬੀਮ ਜਾਂ ਆਪਾਂ ਕੋਈ ਇਮੈਜਨਰੀ ਸੋਰਸ ਲੈ ਲਈਏ। ਉਹਦੇ 'ਚ ਕੀ ਹੁੰਦਾ, ਜਿਹੜੇ ਆਪਾਂ ਰੀਅਲ ਸੋਰਸ ਲੈਂਦੇ ਹਾਂ ਜਿਵੇਂ ਕੋਈ ਬਲਬ ਲੈ ਲਿਆ, ਇਹਨਾਂ 'ਚ ਨਿਕਲਣ ਵਾਲੀ ਜਿਹੜੀ ਲਾਈਟ ਰੇ ਹੁੰਦੀ ਹੈ ਉਹਦਾ ਕੋਹਰੈਂਸ ਟਾਈਮ ਬਹੁਤ ਹੀ ਸ਼ੋਰਟ ਹੁੰਦਾ। ਉੱਥੇ ਅਗਰ ਆਪਾਂ ਲੇਜ਼ਰ ਦੀ ਗੱਲ ਕਰ ਲਈਏ, ਲੇਜ਼ਰ ਦਾ ਕੋਹਰੈਂਸ ਬਹੁਤ ਜ਼ਿਆਦਾ ਹੁੰਦਾ, ਉਹਨੂੰ ਆਪਾਂ ਐਕਸਪੈਰੀਮੈਂਟਲੀ ਪ੍ਰੂਵ ਵੀ ਕਰ ਸਕਦੇ ਹਾਂ। In figure, they clearly show that there is a sudden jumps the phases after time tau c, or there is a definite phase correlation or limited period tau c. The time tau c is coherence time. During this time, the light travels a distance L, called longitudinal coherence length, which is equal to L equal to C tau c है। अपने कोले लेंथ लिखी हुई है आप C की अपने कोले लाइट स्पीड हैगी है 3 × 10⁸ एंड अपने कोले टाउ C है अपने कोले लेंथ ऑफ कोहरेंस है। अगर आप टाउ C कितना लै लीए 10⁻−10 सैकेंड्स लै लीए ऑर्डनरी किसी भी ऑर्डनरी लाइट सोर्स ਲਈ, दैन अपने कोले की आंदा 3 × 10⁸ ਨਾਲ ਇਹਨੂੰ ਮਲਟੀਪਲਾਈ ਕਰਤਾ ਤਾਂ ਆਪਣੇ ਕੋਲੇ 3 ਸੈਂਟੀਮੀਟਰ ਆਇਆ। ਉੱਥੇ ਅਗਰ ਆਪਾਂ ਕੋਈ ਵੀ ਲੇਜ਼ਰ ਬੀਮ ਦਾ ਸੋਰਸ ਲੈ ਲਈਏ, ਜਿਵੇਂ ਆਪਾਂ ਕੈਡਮੀਅਮ ਲਾਈਨ ਲੈ ਲਈ ਜਿਹਦੀ ਆਪਣੇ ਕੋਲੇ ਵੇਵਲੈਂਥ ਕਿੰਨੀ ਹੈ 6438 ਆਰਮਸਟਰੋਂਗ, ਦ ਕੋਹਰੈਂਸ ਲੈਂਥ ਇਜ਼ ਅਬਾਊਟ 30 ਸੈਂਟੀਮੀਟਰ ਵਿਚ ਗਿਵਸ ਟਾਓ ਸੀ ਅਪਰੋਕਸੀਮੇਟ ਕਿੰਨੀ ਆਪਣੇ ਕੋਲ 10⁻−9 ਸੈਕਿੰਡਸ ਹੈ। ਤਾਂ ਆਪਾਂ ਜਦੋਂ ਇਹਨੂੰ ਮੈਜ਼ਰ ਕਰਾਂਗੇ ਇਨ ਕੇਸ ਆਫ ਲੇਜ਼ਰ ਸੋਰਸ ਲਵਾਂਗੇ ਆਪਾਂ 10⁻³ ਸੈਕਿੰਡ ਹੈ ਜਿਹਦੇ ਆਪਣੇ ਕੋਲੇ ਟਾਓ ਸੀ ਜਾਂ ਕੋਹਰੈਂਸ ਲੈਂਥ ਹੈਗੀ ਆ, ਉਹਨੂੰ ਆਪਾਂ ਮੈਜ਼ਰ ਕਰਕੇ ਦੇਖਾਂਗੇ ਤਾਂ ਆਪਣੇ ਕੋਲੇ 3000 ਕਿਲੋਮੀਟਰਸ ਆਈ ਹੈ। ਇੱਥੋਂ ਆਪਾਂ ਨੂੰ ਸਾਫ਼-ਸਾਫ਼ ਦਿਖਾਈ ਦਿੰਦਾ ਕਿ ਜਿਹੜੀ ਲੇਜ਼ਰ ਸੋਰਸ ਹੈ ਕਿੱਥੇ 3000 ਕਿਲੋਮੀਟਰ ਐਂਡ ਉੱਥੇ ਅਗਰ ਆਪਾਂ ਆਮ ਆਰਡੀਨਰੀ ਸੋਰਸ ਦੀ ਗੱਲ ਕਰ ਲਈਏ ਉਹ ਹੁੰਦੀ ਆਪਣੇ ਕੋਲੇ 3 ਸੈਂਟੀਮੀਟਰ, ਬਹੁਤ ਵੱਡਾ ਡਿਫਰੈਂਸ ਹੈ। अगर आप देखिए अपने को फ्रीकुएंसी रेंज है वेयर del v equal to 1/tau c. This concept is coherence time is directly connected with that monochromaticity. The long coherence length अपने को approximate लेने अगर आप a few kilometer implies a laser could be used to performing the interference experiment Michelson interferometer with large path difference. नोट करने वाली गल की अपने को द मेजर ऑफ फ्रिंज contrast is definite fringe visibility and definite as v equal to I maxima minus I minima, I maxima plus I minima। ये ਆਪਾਂ ਐਕਸਪ੍ਰੈਸ਼ਨ ਕਿੱਥੋਂ ਚੱਕਿਆ ਹੋਇਆ ਮਾਈਕਲਸਨ ਇੰਟਰਫੈਰੋਮੀਟਰ ਜਿਹੜਾ ਆਪਣੇ ਕੋਲੇ ਐਕਸਪ੍ਰੈਸ਼ਨ ਸੀਗਾ ਉਹ ਆਪਾਂ ਪਿਛਲੇ ਸੈਮ 'ਚ ਸ਼ਾਇਦ ਸਟੈਟਿਕਲ ਪ੍ਰੋਬੇਬਿਲਿਟੀ 'ਚ ਕੀਤਾ ਸੀਗਾ, ਉੱਥੋਂ ਆਪਾਂ ਇਹ ਕਨਸੈਪਟ ਚੱਕਿਆ। The fringe visibility serves a useful measure of coherence. If Young's double slit experiment, the fringe visibility can taken as direct measure the degree of spatial coherence. Where is Michelson interferometer experiment, the fringe visibility gives a measure a degree of temporal coherence, not to. Then coherence is related to internal ordering the light source. The smaller a degree of coherence, greater is the internal disorder the source of light. Strictly speaking, the neither ideally coherent nor ideally incoherent wave. Rather, actual waves are partially coherent. ਉਹ ਕੀ ਕਹਿੰਦੇ ਆ ਜਿਹੜੇ ਆਪਣੇ ਕੋਲੇ ਲੇਜ਼ਰ ਲਾਈਟਸ ਹੈਗੀਆਂ ਸਟ੍ਰਿਕਟਲੀ ਸਪੀਕਿੰਗ ਉਹ ਆਪਾਂ ਨੂੰ ਕੀ ਕਹਿੰਦੇ ਆ ਨਾਈਦਰ ਆਈਡਲੀ ਕੋਹਰੈਂਟ, ਉਹ ਚੰਗੀ ਤਰ੍ਹਾਂ ਵੀ ਆਪਾਂ ਨੂੰ ਕੋਹਰੈਂਟ ਸੋਰਸ ਦੀ ਤਰ੍ਹਾਂ ਬਿਹੇਵ ਨਹੀਂ ਕਰਦੀਆਂ, ਮਤਲਬ ਕਿ ਜਿੰਨੀ ਦੂਰੀ 'ਤੇ ਦੇਖਿਓ ਕੋਹਰੈਂਟ ਹੀ ਰਹਿਣਗੀਆਂ, ਐਵੇਂ ਵੀ ਨਹੀਂ ਹੁੰਦਾ। ਔਰ ਨਾਈਦਰ ਇਨਕੋਹਰੈਂਟ ਹੁੰਦੀਆਂ, ਮਤਲਬ ਕਿ ਆ ਵੀ ਨਹੀਂ ਹੈ ਕਿ ਹਰੇਕ ਚੀਜ਼ ਲਈ ਉਹ ਆਪਣੇ ਕੋਲ ਇਨਕੋਹਰੈਂਟ ਹੁੰਦੀ ਹੈ। ਜਿਵੇਂ ਆਪਣੇ ਬਲਬ ਜਾਂ ਵੈਸੇ ਆਪਾਂ ਰੀਅਲ ਲਾਈਫ 'ਚ ਐਗਜ਼ਾਮਪਲ ਲੈ ਲੈਂਦੇ ਹਾਂ, ਉਹਦੀ ਤਰ੍ਹਾਂ ਵੀ ਨਹੀਂ ਹੁੰਦੀਆਂ, ਮਤਲਬ ਕਿ ਪਾਰਸ਼ਲੀ ਕੋਹਰੈਂਟ ਹੁੰਦੀਆਂ। ਕੁਝ ਟਾਈਮ ਲਈ ਕੋਹਰੈਂਟ ਹੋ ਗਈਆਂ ਫਿਰ ਨਹੀਂ ਹੋਈਆਂ, ਫਿਰ ਕੁਝ ਟਾਈਮ ਲਈ ਕੋਹਰੈਂਟ ਹੋ ਗਈਆਂ ਫਿਰ ਨਹੀਂ ਹੋਈਆਂ, ਠੀਕ ਹੈ। ਇਸ ਤਰ੍ਹਾਂ ਇਹ ਆਪਣੇ ਕੋਲ ਲੇਜ਼ਰ ਬੀਮ ਕੋਹਰੈਂਟਸ ਐਜ਼ ਇੱਕ ਪ੍ਰੋਪਰਟੀ ਕੰਮ ਕਰਦੀ ਹੈ। ਥੈਂਕ ਯੂ। ਨੈਕਸਟ ਆਪਣੇ ਕੋਲ ਆਈਨਸਟਾਈਨ ਕੋਫੀਸ਼ੀਐਂਟ, ਇਹਦੇ ਬਾਰੇ ਆਪਾਂ ਗੱਲ ਅਗਲੀ ਨੈਕਸਟ ਵੀਡੀਓਜ਼ 'ਚ ਕਰਾਂਗੇ। ਥੈਂਕ ਯੂ।